नानक जहाँ जहाँ मैं फिरूं तहाँ तहाँ साचा सोए, जह देखा तह एक है गुरमुख प्रगट होए। नानक जहाँ जहाँ मैं फिरूं तहाँ तहाँ साचा सोए, जहाँ देखा तह एक है गुरमुख प्रगट होए। वाहिगुरु जी का खालसा, वाहिगुरु जी की फतेह। गुरु प्यारी साध संगत जीओ, श्लोक 12 ਤੇ ਵਧੀਕ ਬਾਣੀ ਦੀ ਜੋ ਲੜੀਵਾਰ ਆਪਾਂ ਵਿਚਾਰ ਆਰੰਭ ਕੀਤੀ ਹੈ, ਤੇ ਇਸ ਲੜੀ ਦੇ ਤਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਸ਼ਲੋਕ ਨੇ, ਉਹਨਾਂ ਸ਼ਲੋਕਾਂ ਵਿੱਚੋਂ 8 ਨੰਬਰ ਸ਼ਲੋਕ 12 ਤੇ ਵਧੀਕ ਬਾਣੀ ਵਿੱਚੋਂ ਅੱਜ ਆਪਾਂ ਸਰਵਣ ਕੀਤਾ ਹੈ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। 1413 ਨੰਬਰ ਅੰਕ ਤੇ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਹੈ। ਇਸ ਸ਼ਲੋਕ ਦਾ ਜੋ ਭਾਵ ਹੈ ਕਿ ਪ੍ਰਮਾਤਮਾ ਹਰ ਥਾਂ ਤੇ ਵਿਆਪਕ ਹੈ, ਪਰ ਮਹਿਸੂਸ ਕਿਹਨੂੰ ਹੁੰਦਾ ਹੈ? ਜੋ ਗੁਰੂ ਦੀ ਸਿੱਖਿਆ ਉੱਤੇ ਅਮਲ ਕਰਦਾ ਹੈ। ਕਿਉਂਕਿ ਰੱਬ ਬਾਰੇ ਅਨੇਕਾਂ ਤਰ੍ਹਾਂ ਦੇ ਸਮਾਜ ਵਿੱਚ ਭੁਲੇਖੇ ਨੇ ਤੇ ਹਰ ਮੱਤ ਦੇ ਵਿਚਾਰ ਦੂਜੇ ਮੱਤ ਨਾਲੋਂ ਅਲੱਗ ਨੇ। ਤੁਸੀਂ ਦੂਜੇ ਮੱਤ ਦੀ ਗੱਲ ਛੱਡੋ, ਸਿੱਖਾਂ ਵਿੱਚ ਵੀ ਜਿੱਥੇ ਇੱਕ ਗ੍ਰੰਥ, ਇੱਕ ਪੰਥ ਦੀ ਗੱਲ ਹੈ, ਇੱਕ ਮਰਿਆਦਾ ਦੀ ਗੱਲ ਹੈ, ਉੱਥੇ ਵੀ ਰੱਬ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਨੇ। ਕਿਉਂਕਿ ਅਸੀਂ ਕਹਿਣ ਨੂੰ ਇੱਕ ਗ੍ਰੰਥ, ਇੱਕ ਪੰਥ ਦੀ ਗੱਲ ਕਰਦੇ ਹਾਂ, ਪਰ ਅਸੀਂ ਆਪਣੇ ਗੁਰੂ ਨੂੰ ਦੀ ਵਿਚਾਰ ਨੂੰ ਖੁਦ ਨਾ ਪੜ੍ਹਿਆ ਤੇ ਨਾ ਸੁਣਿਆ। ਇੱਕ ਗ੍ਰੰਥ, ਇੱਕ ਪੰਥ ਦਾ ਦਾਅਵਾ ਕਰਨ ਵਾਲੇ ਅਸੀਂ ਖੁਦ ਆਪ ਅਨੇਕਾਂ ਡੇਰੇ ਪੈਦਾ ਕਰਕੇ ਬੈਠੇ ਹਾਂ। ਪੱਗ ਵੀ ਹੈ, ਦਾੜਾ ਵੀ ਹੈ, ਸ੍ਰੀ ਸਾਹਿਬ ਵੀ ਹੈ, ਕਕਾਰ ਵੀ ਪੂਰੇ ਪਾਏ ਨੇ। ਕੋਈ ਕਿਸੇ ਨੂੰ ਆਪਣਾ ਗੁਰੂ ਬਣਾ ਕੇ ਬੈਠਾ ਤੇ ਕੋਈ ਕਿਸੇ ਨੂੰ ਆਪਣਾ ਗੁਰੂ ਬਣਾ ਕੇ ਬੈਠਾ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਕੀ ਹੈ ਕਿ ਇਨਸਾਨ ਮੰਨਣ ਨੂੰ ਤਿਆਰ ਨਹੀਂ। ਕੀ ਉਹ ਕਹਿੰਦਾ ਜੀ ਅਸੀਂ ਮੰਨਦੇ ਤਾਂ ਇੱਕ ਅਕਾਲ ਪੁਰਖ ਨੂੰ ਹੀ ਹਾਂ, ਮੰਨਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਂ, ਪਰ ਆਪਣੇ ਘਰ 'ਚ ਜਨਮ ਤੋਂ ਲੈ ਕੇ ਪ੍ਰਾਣੀ ਦੇ ਚੜ੍ਹਾਈ ਕਰਨ ਤੱਕ ਜਿਹੜੀ ਸਲਾਹ ਹੈ ਉਹ ਆਪਣੇ ਦੇਹਧਾਰੀ ਬਾਬੇ ਨਾਲ ਕਰਦੇ ਨੇ। ਜਦੋਂ ਸਿਲੇਬਸ ਹੀ ਤੁਹਾਡੇ ਬਾਬੇ ਦਾ ਲਾਗੂ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੇ ਅਰਥ ਕੀ ਰਹਿ ਗਏ? ਤੁਹਾਡੇ ਘਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਪੁੱਤਰ ਦਾ ਵਿਆਹ ਕਰਨਾ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਤੁਸੀਂ ਜ਼ਮੀਨ ਖਰੀਦਣੀ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਖੇਤਾਂ 'ਚ ਕੋਈ ਟਿਊਬਵੈੱਲ ਲਵਾਉਣਾ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਮੱਝ ਨਵੀਂ ਲਿਆਉਣੀ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਕਾਰਖਾਨਾ ਨਵਾਂ ਲਾਉਣਾ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਨੌਕਰੀ 'ਤੇ ਜਾਣਾ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਗੱਡੀ ਖਰੀਦਣੀ ਹੈ, ਬਾਬਾ ਜੀ ਨੂੰ ਪੁੱਛਣਾ ਹੈ। ਟਰੈਕਟਰ ਲੈ ਕੇ ਆਉਣਾ, ਬਾਬਾ ਜੀ ਨੂੰ ਪੁੱਛਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਰਹਿ ਗਏ? ਸਿਰਫ ਨਮਸਕਾਰ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਬਾਣੀ 'ਚ ਲਿਖਿਆ ਤੁਧ ਨੂੰ ਨਿਵਣ ਮੰਨਣ ਤੇਰਾ ਨਾਮ। ਜਿਹੜਾ ਝੁਕਣਾ ਹੈ ਨਾ, ਉਹਦਾ ਮੀਨਿੰਗ ਹੈ ਮੰਨਣਾ। ਜੇ ਮੰਨਦਾ ਹੈ ਤੇ ਝੁਕਣਾ ਹੈ, ਜੇ ਨਹੀਂ ਮੰਨਦਾ ਤੇ ਅਪਰਾਧੀ ਦੂਣਾ ਨਿਵੇਂ। ਘਰ ਦੇ ਵਿੱਚ ਬੱਚਾ ਬਾਪ ਦੇ ਗਾੜੀ ਸਵੇਰੇ ਮੱਥਾ ਟੇਕ ਕੇ ਜਾਵੇ, ਸ਼ਾਮਾਂ ਨੂੰ ਆਣ ਕੇ ਫਿਰ ਮੱਥਾ ਟੇਕੇ, ਤੇ ਸਾਰੀ ਦਿਹਾੜੀ ਆਪਣੀ ਮਨ ਦੀ ਮਰਜ਼ੀ ਕਰਕੇ ਉਹਨਾਂ ਦੋਸਤਾਂ ਵਿੱਚ ਜਾ ਕੇ ਬੈਠੇ ਜਿਨ੍ਹਾਂ ਤੋਂ ਬਾਪ ਸਾਡਾ ਵੱਡਾ ਵਡੇਰਾ ਸਾਨੂੰ ਰੋਕਦਾ ਹੈ, ਤੇ ਸਵੇਰੇ ਉੱਠ ਕੇ ਗੋਡੀਆਂ ਹੱਥ ਲਾਈ ਝੁਕਿਆ। ਕਿਸ ਅਰਥ ਰਹਿ ਗਿਆ ਜੀ? ਲੱਗਦਾ ਨਹੀਂ ਕਿ ਅੱਜ ਅਸੀਂ ਸਿੱਖ ਅਖਵਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਕਰ ਰਹੇ ਹਾਂ। ਲਕੀਰਾਂ ਵੀ ਕੱਢ ਰਹੇ ਹਾਂ, ਮੱਥੇ ਵੀ ਟੇਕ ਰਹੇ ਹਾਂ, ਗੋਲਕ ਵਿੱਚ ਪੈਸੇ ਵੀ ਪਾ ਰਹੇ ਹਾਂ, ਪ੍ਰਕਰਮਾਂ ਵੀ ਕਰ ਰਹੇ ਹਾਂ। ਇੱਕ ਗ੍ਰੰਥ ਦੀ ਗੱਲ ਵੀ ਕਹਿੰਦੇ ਹਾਂ ਵੀ ਸਾਡਾ ਗੁਰੂ ਇੱਕੋ ਹੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ। ਫਿਰ ਜੇ ਗੱਲ ਸੱਚ ਹੈ ਤੇ ਸਾਨੂੰ ਦੱਸਿਆ ਕਿਉਂ ਨਹੀਂ? ਕਿਉਂਕਿ ਅਸੀਂ ਪੜ੍ਹਿਆ ਵਿਚਾਰਿਆ ਹੀ ਨੇ। ਜੇ ਪਾਠ ਹੋ ਵੀ ਰਹੇ ਨੇ ਤਾਂ ਉਹ ਵੀ ਗਿਣਤੀਆਂ ਮਿਣਤੀਆਂ ਦੇ ਹੋ ਰਹੇ ਨੇ। ਪਦਾਰਥਵਾਦੀ ਯੁੱਗ ਵਿੱਚ ਪਾਠ ਵੀ ਕੀਤੇ ਜਾਂਦੇ, ਤਾਂ ਹੀ ਤਾਂ ਡੇਰੇਦਾਰਾਂ ਨੇ ਐਸੇ ਗੁਟਕੇ ਛਾਪਤੇ, ਐਸੀਆਂ ਪੋਥੀਆਂ ਛਾਪਤੀਆਂ ਜਿਨ੍ਹਾਂ ਦੇ ਆਰੰਭ ਵਿੱਚ ਫਲ ਲਿਖ ਦਿੱਤਾ। ਆਹ ਬਾਣੀ ਪੜ੍ਹੋਗੇ ਆਹ ਫਲ ਹੈ, ਆਹ ਬਾਣੀ ਪੜ੍ਹੋਗੇ ਆਹ ਫਲ ਹੈ, ਆਹ ਬਾਣੀ ਪੜ੍ਹੋਗੇ ਆਹ ਦੁੱਖ ਦੂਰ ਕਰੂ, ਆਹ ਬਾਣੀ ਪੜ੍ਹੋਗੇ ਤੇ ਆਹ ਦੁੱਖ ਦੂਰ ਕਰੂ। ਇਹਦਾ ਮਤਲਬ ਅਸੀਂ ਬਾਣੀ ਸਵਾਰਨ ਲਈ ਨਹੀਂ ਪੜ੍ਹਦੇ ਆਪਣੇ ਆਪ ਨੂੰ, ਅਸੀਂ ਬਾਣੀ ਆਪਣੇ ਸਿਰ ਤੋਂ ਕੋਈ
ਬਲਾ ਸਾਡੇ ਜਿਹੜੀ ਪਈ ਹੋਈ ਹੈ ਉਹਨੂੰ ਆਪਣੇ ਗਲੋਂ ਲਾਉਣ ਲਈ ਪੜ੍ਹ ਰਹੇ ਹਾਂ। ਜਿਹੜੀ ਸਾਡੇ ਕੋਲ ਮੁਸੀਬਤ ਆਣ ਪਈ ਹੈ ਉਹਨੂੰ ਅਸੀਂ ਆਪਣੇ ਗਲੋਂ ਲਾਉਣ ਵਾਸਤੇ ਸ਼ਬਦਾਂ ਦਾ ਪਾਠ ਕਰਦੇ। ਸੋਚ ਕੇ ਵੇਖਿਓ ਤੁਸੀਂ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਜਹਾਂ ਜਹਾਂ ਮੈਂ ਫਿਰੋਂ ਤਹਾਂ ਤਹਾਂ ਸਾਚਾ ਸੋਏ। ਹੇ ਨਾਨਕ ਆਖ ਮੈਂ ਜਿੱਥੇ ਜਿੱਥੇ ਜਾਣਾ ਮੈਂ ਉਹਨੂੰ ਮਹਿਸੂਸ ਕਰਦਾ ਜਹ ਜਹ ਮੈਂ ਫਿਰੋਂ। ਹੁਣ ਜਦੋਂ ਇਹ ਗੱਲ ਮਹਿਸੂਸ ਹੋ ਗਈ ਵੀ ਹਰ ਥਾਂ 'ਤੇ ਉਹ ਆਪ ਹੈ, ਕਦੀ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇਗਾ? ਪਰ ਇਹ ਹੋਏਗਾ ਕਦੋਂ? ਜਹ ਦੇਖਾਂ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ। ਜਿੱਥੇ ਮੈਂ ਵੇਖਾਂ ਉੱਥੇ ਇੱਕ ਮੇਰੇ ਨਾਲ ਹੈ, ਗੁਰਮੁਖ ਪ੍ਰਗਟ ਹੋਏ। ਗੁਰੂ ਦੇ ਰਾਹੀਂ, ਗੁਰਮੁਖ ਦੇ ਖੱਖੇ ਨੂੰ ਸਜਦਾ ਅਰਥ ਹੈ ਗੁਰੂ ਦੇ ਰਾਹੀਂ ਇਹ ਚੀਜ਼ ਪ੍ਰਗਟ ਹੋਏਗੀ। ਦੁੱਧ ਵਿੱਚ ਘਿਓ ਹੈ ਪਰ ਸਿਆਣੀ ਬੀਬੀ ਪ੍ਰਗਟ ਕਰੂ। ਹੈ ਦੁੱਧ ਵਿੱਚ ਹੀ ਘਿਓ, ਘਿਓ ਦੁੱਧ ਦਾ ਹੀ ਰੂਪ ਹੈ। ਖਿੜਕੀ ਲੱਕੜ ਵਿੱਚ ਹੈ, ਖਿੜਕੀ ਲੱਕੜ ਦਾ ਹੀ ਰੂਪ ਹੈ। ਕੁਰਸੀ ਲੱਕੜ ਦਾ ਹੀ ਰੂਪ ਹੈ, ਉਹਦੀ ਲੱਕੜ ਦਾ ਮੂਸ਼ਾ ਵੱਡਾ ਪਿਆ ਹੈ। ਸਿਆਣਾ ਕਾਰੀਗਰ ਉਹਦੇ ਵਿੱਚੋਂ ਕੱਢ ਲਵੇਗਾ। ਇੱਦਾਂ ਹੀ ਉਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਹਰ ਥਾਂ 'ਤੇ ਮੌਜੂਦ ਹੈ। ਇਸੇ ਕਰਕੇ ਤੇ ਭਗਤ ਰਾਮਾਨੰਦ ਜੀ ਨੇ ਇਹ ਗੱਲ ਆਖੀ ਸੀ, ਕੱਤ ਜਾਈਏ ਰੇ। ਹੁਣ ਮੈਂ ਬਾਹਰ ਕਿਉਂ ਜਾਵਾਂ? ਘਰ ਲਾਗੋ ਰੰਗ, ਮੇਰਾ ਘਰੇ ਰੰਗ ਲੱਗ ਗਿਆ। ਘਰ ਦੇ ਵੀ ਅਰਥ ਦੋ ਨੇ। ਇੱਕ ਘਰ ਉਹ ਹੈ ਜਿੱਥੇ ਸਾਡਾ ਤਨ ਰਹਿੰਦਾ, ਜਿੱਥੇ ਸਾਡੇ ਪਰਿਵਾਰਕ ਮੈਂਬਰ ਰਹਿੰਦੇ ਨੇ, ਜਿੱਥੇ ਮਾਤਾ ਪਿਤਾ ਪਤਨੀ ਪਤੀ ਬੱਚੇ ਭੈਣ ਭਰਾ ਦੋਸਤ ਮਿੱਤਰ, ਜਿੱਥੇ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ, ਇਕੱਠੇ ਖਾਣਾ ਖਾਂਦੇ ਹਾਂ, ਉਹਨੂੰ ਅਸੀਂ ਘਰ ਕਹਿੰਦੇ ਹਾਂ। ਪਰ ਇੱਕ ਘਰ ਉਹ ਹੈ ਜਿੱਥੇ ਸਾਡਾ ਮਨ ਰਹਿੰਦਾ ਹੈ। ਕੱਤ ਜਾਈਏ ਰੇ। ਹੁਣ ਮੈਂ ਕਿਉਂ ਬਾਹਰ ਜਾਵਾਂ? ਘਰ ਲਾਗੋ ਰੰਗ, ਮੇਰਾ ਘਰੇ ਹੀ ਪਿਆਰ ਬਣ ਗਿਆ। ਮੇਰਾ ਚਿੱਤ ਨਾ ਚਲਾਏ। ਹੁਣ ਮੇਰਾ ਚਿੱਤ ਚੱਲਦਾ ਨਹੀਂ। ਤੁਸੀਂ ਕਹੋਗੇ ਚਿੱਤ ਚੱਲਦਾ, ਆਪਾਂ ਕਹਿੰਦੇ ਪੈਰ ਤੁਰਦੇ ਨੇ। ਨਹੀਂ ਨਹੀਂ, ਪੈਰ ਜਿਹੜੇ ਨੇ ਨਾ ਇਹ ਤਾਂ ਕਈ ਵਾਰੀ ਇੱਕ ਥਾਂ 'ਤੇ ਖਲੋ ਜਾਂਦੇ ਆ, ਬੰਦਾ ਤਾਂ ਇੱਕ ਥਾਂ 'ਤੇ ਬਹਿ ਜਾ, ਪਰ ਚਿੱਤ ਨਹੀਂ ਖਲੋਂਦਾ। ਤੁਸੀਂ ਵੇਖਿਆ ਨਾ ਕਈ ਵਾਰੀ ਤੁਸੀਂ ਆਪਣੇ ਪੁੱਤਰ ਧੀ ਨੂੰ ਕੋਈ ਕਾਰੋਬਾਰ ਖੋਲ੍ਹਦੇ ਹੋ, ਉਹ ਕਾਰੋਬਾਰ 'ਤੇ ਧੱਕੇ ਨਾਲ ਬਿਠਾ ਦਿੱਤਾ, ਪਰ ਚਿੱਤ ਨਹੀਂ ਉਹਦਾ ਉੱਥੇ ਹੈਗਾ। ਕਈ ਬੱਚਿਆਂ ਦਾ ਬਿਜ਼ਨਸ ਵਿੱਚ ਮਨ ਨਹੀਂ ਹੁੰਦਾ, ਪਰ ਮਾਂ ਬਾਪ ਚਾਹੁੰਦੇ ਸਾਡਾ ਬੱਚਾ ਕਾਮਯਾਬ ਹੋ ਜਾਏ। ਕਈ ਵਿਦੇਸ਼ ਵੀ ਬੱਚੇ ਚਲ ਜਾਂਦੇ ਆ, ਪੈਸਾ ਲਾ ਕੇ ਬੱਚਾ ਭੇਜਦਾ, ਪਰ ਮਨ ਨਹੀਂ ਗਿਆ ਉਹਦਾ ਉੱਥੇ ਨਾਲ। ਉੱਥੇ ਤੁਸੀਂ ਲੜਕੀ ਵਿਆਹਤੀ, ਉਹ ਚਾਹੁੰਦੀ ਨਹੀਂ ਸੀ ਉੱਥੇ ਵਿਆਹ ਕਰਨਾ, ਤੁਸੀਂ ਵਿਆਹਤਾ ਉਹਨੂੰ, ਜਿਸਮ ਉਹਦਾ ਉੱਥੇ ਹੈ ਪਰ ਉਹਦਾ ਚਿੱਤ ਨਹੀਂ ਹੈਗਾ ਉੱਥੇ। ਤੁਸੀਂ ਸੋਚਦੇ ਚਿੱਤ ਅੱਜ ਪਾਠ ਕਰ ਰਿਹਾ ਬੰਦਾ, ਇਹ ਬੜੀ ਵੱਡੀ ਗੇਮ ਹੈ। ਪਾਠ ਕਰ ਰਿਹਾ, ਪਾਠ ਤਨ ਕਰ ਰਿਹਾ, ਪਰ ਜਿਹੜਾ ਚਿੱਤ ਜਿਹਨੇ ਸਮਝਣਾ ਸੀ ਉਹਦੇ ਵਿੱਚ ਹੈ ਹੀ ਨਹੀਂ। ਤਾਂ ਹੀ ਤੁਸੀਂ ਵੇਖੋ ਪਾਠ ਕਰਦਿਆਂ ਬੰਦੇ ਦਾ ਮਨ ਵਿੱਚ ਹੈ ਹੀ ਨਹੀਂ। ਜ਼ਿੰਦਗੀ ਵਿੱਚ ਉਹ ਸਟੂਡੈਂਟ ਕਾਮਯਾਬ ਹੁੰਦੇ ਨੇ ਜਿਹੜੇ ਕਲਾਸ ਰੂਮ ਵਿੱਚ ਜਦੋਂ ਪੜ੍ਹਦੇ ਨੇ ਉਹ ਆਪਣਾ ਚਿੱਤ ਵੀ ਉੱਥੇ ਰੱਖਦੇ ਨੇ। ਉਹ ਫਿਰ ਜਦੋਂ ਟੀਚਰ ਪੜ੍ਹਾ ਰਿਹਾ ਨਾਲ ਨਾਲ ਕਵਰ ਕਰੀ ਜਾਂਦੇ ਜੋ ਟੀਚਰ ਪੜ੍ਹਾ ਰਿਹਾ। ਇੱਥੇ ਸ਼ਬਦ ਵਰਤਿਆ ਭਗਤ ਰਾਮਾਨੰਦ ਜੀ ਨੇ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ। ਹੁਣ ਮੇਰਾ ਚਿੱਤ ਚੱਲਦਾ ਨਹੀਂ। ਮਨ ਭਇਓ ਪੰਗ, ਮੇਰਾ ਮਨ ਪੰਗ ਹੋ ਗਿਆ, ਪਿੰਗਲਾ ਹੋ ਗਿਆ, ਅਪਾਜ ਹੋ ਗਿਆ। ਕਬੀਰ ਸਾਚੇ ਸਤਗੁਰ, ਸੱਚੇ ਸਤਗੁਰ ਨੇ ਕੀ ਕੀਤਾ ਫਿਰ? ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਕਬੀਰ ਗੂੰਗਾ ਹੁਆ ਬਾਵਰਾ, ਹੁਣ ਗੂੰਗਾ ਹੋ ਗਿਆ। ਬਹਿਰਾ ਹੁਆ ਕਾਨ, ਪਾਂਵੋਂ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ। ਪੈਰ ਤਾਂ ਬਾਅਦ ਵਿੱਚ ਤੁਰਦੇ ਨੇ, ਚਿੱਤ ਪਹਿਲਾਂ ਤੁਰਦਾ ਹੈ। ਤੁਸੀਂ ਕਿਸੇ ਕੰਮ ਨੂੰ ਜਾਣਾ, ਆਪਾਂ ਕਿ ਦਿਲ ਤੇ ਤਾਂ ਬੜੇ ਤਿਰਦਾ ਕਰਦਾ ਸੀ ਤੇ ਬਹਾਨਾ ਲੱਭਦਾ ਫਿਰਦਾ ਸੀ। ਪੈਰ ਬਾਅਦ ਵਿੱਚ ਤੁਰਦੇ ਨੇ, ਚਿੱਤ ਪਹਿਲਾਂ ਜਾਂਦਾ ਉੱਥੇ। ਹੁਣ ਤੁਸੀਂ ਘਰੋਂ ਕਿਸੇ ਜਗ੍ਹਾ ਜਾਣਾ, ਤੁਸੀਂ ਕਿਸੇ ਫੰਕਸ਼ਨ ਜਾਣਾ, ਵਿਆਹ ਸ਼ਾਦੀ ਜਾਣਾ ਹੈ, ਸਰੀਰ ਤਾਂ ਤਿਆਰ ਬਾਅਦ ਵਿੱਚ ਹੋਏਗਾ, ਪਹਿਲਾਂ ਮਨ ਪਹੁੰਚ ਚੁੱਕਾ ਹੈ ਉੱਥੇ। ਮਨ ਪੂਰਾ ਪਿਕਚਰ ਬਣਾ ਚੁੱਕਾ ਹੈ ਮੈਂ ਜਾਣਾ ਵਾਂ। ਤੁਸੀਂ ਕਿਸੇ ਵੀ ਕੰਮ ਜਾਣਾ ਹੈ, ਤੁਹਾਡਾ ਪਹਿਲਾਂ ਬ੍ਰੇਨ, ਤੁਹਾਡਾ ਮਨ, ਤੁਹਾਡਾ ਚਿੱਤ ਪਹਿਲਾਂ ਤਿਆਰ ਹੁੰਦਾ, ਫਿਰ ਤੁਹਾਡੇ ਤਨ ਦੀ ਵਾਰੀ ਆਉਂਦੀ। ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਹੁਣ ਮਨ ਪਿੰਗਲਾ ਹੋ ਗਿਆ, ਚਿੱਤ ਤੁਰਦਾ ਹੀ ਨਹੀਂ। ਬਸ ਆਹ ਫਰਕ ਹੈ। ਗੁਰੂ ਪਿੰਗਲਾ ਕਰ ਦਿੰਦਾ ਉਸ ਮਨ, ਜਿਹੜਾ ਮਨ ਬੁਰਾਈ ਵਾਲੇ ਬੰਨੇ ਤਾਕਤਵਰ ਸੀ, ਉਹਨੂੰ ਪਿੰਗਲਾ ਕਰਤਾ ਵੀ ਬਹਿ ਜਾ ਹੁਣ ਇੱਕ ਥਾਂ 'ਤੇ ਟਿਕ ਜਾ। ਕਬੀਰ ਗੂੰਗਾ ਹੁਆ ਬਾਵਰਾ, ਗੂੰਗਾ ਕਰਤਾ, ਹੁਣ ਮੂੰਹ ਮਾੜੇ ਸ਼ਬਦ ਨਹੀਂ ਬੋਲਦਾ। ਬਹਿਰਾ ਹੁਆ ਕਾਨ, ਕੰਨਾਂ ਤੋਂ ਬਹਿਰਾ ਹੋ ਗਿਆ। ਪਾਂਵੋਂ ਤੇ ਪਿੰਗਲ ਭਇਆ, ਪੈਰਾਂ ਤੋਂ ਪਿੰਗਲਾ ਹੋ ਗਿਆ। ਕਦੋਂ? ਮਾਰਿਆ ਸਤਿਗੁਰ ਬਾਣ, ਜਦੋਂ ਗੁਰੂ ਨੇ ਗਿਆਨ ਦਾ ਤੀਰ ਮਾਰਿਆ, ਉਪਦੇਸ਼ ਦਿੱਤਾ। ਹੁਣ ਇੱਥੇ ਸ਼ਬਦ ਵਰਤੇ ਨੇ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ।
एक दिवस मन भई उमंग, एक दिन मेरे मन च भी चाह पैदा होया, कस चंदन चोआ बहुत सुगंध। मैं भी चंदन लै लिया, केसर लै लिया, वो समगरी लै ली ਜਿਹੜੀ लोग पूजा ਲਈ ਲੈ ਕੇ ਜਾਂਦੇ ਨੇ। एक दिवस मन भई उमंग, कस चंदन चोआ बहुत सुगंध, पूजन चाली ब्रह्म ठाए। मैं सोचा मैं भी को वेखां रब की जगह बनी, जिवें साडे समाज आ गया और रब का घर है, और रब की जगह है। तुसीं वेखो लोग जंडां ते लस्सी पा रहे ने, पत्थरां गाड़ी मत्था टेक रहे ने, जिहड़ा इंसान तुरदा फिरदा रब का रूप सी उहनूं ठोकरां मार रहे हैं, उसकी बेकदरी हो रही है। माफ़ करना, जिन्ना दुध धार्मिक स्थानां ते रोड़िया जा रहा ना, पीता नहीं जा रहा, रोड़िया जा रहा, वो दुध नाल असीं पता नहीं किन्नियां दे भुखियां दी भुख दूर कर सकते। जिन्ना अनाज धर्म के नां ते त्यौहारां दे नां ते अग भेंट किया जा रहा ना, पता नहीं किन्नियां दे पेट की अग बुझाई जा सकती है उस अनाज नाल। दूर की जाना, लोहड़ी वाले दिन जदों अग दे उत्ते अनाज सुट्टिया जाता, किन्ना भोजन बालिया जाता है, किन्नी समगरी जिहड़ा असीं साड़ दिंदे आ सिर्फ त्यौहार के नां ते, उस समगरी किसी के पेट की अग भी बुझा सकती सी, पर धर्म के नां ते साडे लोग लड़कियां नूं कंजकां दे नां ते भोजन तो छकाउंदे ने, ये नाटक तो करते हैं, पर सच्ची जदों ओह धी नौ धी बन के तुहाडे घर आउंदी है, उदों बेकदरी, उदों गुट्टों फड़ फड़ के बाहर कड्ढी जांदी, तेरे घर पुत्र क्यों नहीं हुंदा, मैनूं तूं पोतरे वाली क्यों नहीं बनाया। सैकड़े घरां दे विच प्रॉब्लम ये ने। गुरमत तो कोहां दूर चला गया साडा समाज। गुरु ग्रंथ साहिब की बाणी ने जदों रब की डेफिनेशन की गल की, उदों इन्नी क्लीयर की कि अपने आप नूं सवारना ही परमात्मा नूं पाउणा है। हुण इत्थे शब्द वरते ने, पूजन चाली ब्रह्म ठाए, सो ब्रह्म बतायो गुर मन ही माहे। इत्थे शब्द वरत्या गुरमुख प्रगट होए, गुरु दे राही वो चीज़ प्रगट होएगी। सो ब्रह्म बतायो गुर मन ही माए, जै जाइए तैं जल पखान। बाकी जिथे भी जाओगे उत्थे पानी है, पत्थर है, तुहानूं दसी जाना है तो इहो कुछ ही है। जिथे भी तुसीं जांदे हो पानी है, पत्थर है, टेकी जाओ मत्थे। जै जाइए तैं जल पखान, तू पूर रहे हो है सब समान। वेद पुराण सब देखे जोए, उहां तो जाइए जो इहां ना होए। कहते उत्थे तो बाहर तां जाइए जे इत्थे नहीं हैगा। तो साडे लोग बाहर सेवा करन सेवा मनते हैं, घर वाले बन्ने ध्यान ही है नहीं। आरंभ तो घर तो करना सी। मैं ये नहीं हुण आंदा तुसीं गुरुद्वारे जाके झाड़ू पोचे ना लाओ। इहदी प्रतੱਖ मिसाल किसानी अंदोलन च वेखी आ दिल्ली। साडे वीर उत्थे लंगर बना रहे आ, लंगर छका रहे आ, झाड़ू पोचे ला रहे आ। एक मिसाल कायम करके रख दी है। आम लोग जिहड़ा झाड़ू फेरदा, कोई सफाई करदा रोड ते, असीं उहनूं किस नज़र नाल वेखदे हां भला। जदों कोई बंदा वैसे कोई हत्थ विच, माफ़ करना, जदों कोई बंदा किसी रेस्टोरेंट विच खाना लैके आउंदा तुहाडे लई, असीं उहनूं किस नज़र नाल वेखदे, वेटर है। पर गुरु दी सिੱਖਿਆ वेखो किड्डी कमाल दी है। फैक्ट्री का मालक 500 किले का मालक भी हाथ में बाल्टी फड़ के तुहानूं दाल प्रशादा छका रहे हैं। यानी कि लोगों को ये दसिया, भाई किसी का काम वेख के किसी को छोटा वड्डा ना गिणो। तुसीं झाड़ू लग रहे हैं रोड के उत्ते, लंगर छकाए जा रहे हैं, लंगर वरताए जा रहे हैं। जदों तुहानूं खाना परोसिया जाए, असीं कहने हाँ किस नज़र नाल वेखदे हां। पर इत्थे किड्डी कमाल की सिੱਖਿਆ दी गुरु साहब ने सानूं। इत्थे हो सकदा तुहाडे खेतां 'च काम करन वाला संगत 'च बैठा होवे ते 100-500 किले का मालक हाथ 'च बाल्टी फड़ के उन्होंने प्रशादा छका रहा है। ये सी गुरु नानक साहब के घर की बख्शिश कि राणा रंक बराबरी पैरी पवना जग वरताया, उल्टा खेल परम दा पैरों उपर सीस नवाया। इत्थे उच्च जातीय वालियां नूं सिर कहा गया तो आम दलित बंदे नूं पैर कहा गया, बराबर लिया खड़ा कर दिता। वक्री गल है कि असी गुरबाणी ना पढ़ी ना विचारी, असी जातां पातां दे आधारित गुरुद्वारे भी सिर धरे। इत्थे ते पंजाब च तां गंद पैना पैना सी, विदेशों च भी जातां दे नां ते गुरुद्वारे बना छड़े। जिहड़ा बंदा जिस मत नूं मनदा है, जिस भगत दा उपासक है, जिस गुरु दा उपासक है, उन्हें उहदे नाल ही संबंधित गुरुद्वारे बनाते। असी ते इलाके वंड दिते, वक्रे वक्रे कर दिते। असी इदां असी एक ग्रंथ एक पंक्ति गल करने वाले गुस्सा ना मनाओ, हकीकत है।
ਅਸੀਂ ਇੱਦਾਂ ਵਖਰੇਵੇਂ ਕਰਤੇ। ਜੇ ਬੰਗਲਾ ਸਾਹਿਬ ਅਰਦਾਸ ਹੋਏਗੀ ਤੇ ਅਸੀਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਨਾਂ ਲੈ ਕੇ ਸੰਬੋਧਨ ਕਰਾਂਗੇ। ਜਦੋਂ ਗੋਇੰਦਵਾਲ ਸਾਹਿਬ ਅਰਦਾਸ ਹੋਏਗੀ ਤਾਂ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਾਂਗੇ। ਜਦੋਂ ਗੁਰੂ ਅੰਮ੍ਰਿਤਸਰ ਅਰਦਾਸ ਹੋਏਗੀ ਤਾਂ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰਾਂਗੇ। ਕੀ ਇਹਦਾ ਮਤਲਬ ਅਸੀਂ ਗੁਰੂ ਵੀ ਵੱਖਰੇ ਵੱਖਰੇ ਕਰ ਦਿੱਤੇ? ਜਿਹੜਾ ਬੰਦਾ ਜਿਸ ਇਲਾਕੇ ਨਾਲ ਸੰਬੰਧਿਤ ਹੈ ਉਸ ਇਲਾਕੇ ਨਾਲ ਉਸ ਗੁਰੂ ਅਤੇ ਉਸ ਭਗਤ ਦੀ ਗੱਲ, ਜਿਹੜਾ ਸਾਨੂੰ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਦੱਸਦੀ ਸੀ, ਮੈਨੂੰ ਲੱਗਦਾ ਜੇ ਕਿਤੇ ਕੋਈ ਦੂਜੇ ਇਲਾਕੇ ਵਿੱਚ ਦੂਜੇ ਗੁਰੂ ਦਾ ਨਾਂ ਲੈ ਦੇ ਹਜਮ ਨਹੀਂ ਹੋਣੀ ਗੱਲ। ਕਿਉਂਕਿ ਅਸੀਂ ਆਪਣੀ ਸੋਚ ਦਾ ਦਾਇਰਾ ਹੀ ਇੰਨਾ ਕੁ ਸੀਮਿਤ ਕਰ ਦਿੱਤਾ। ਸਾਨੂੰ ਲੱਗਦਾ ਜਿੰਨੀ ਦੇਰ ਤੱਕ ਅਸੀਂ ਉਸ ਗੁਰੂ ਪਾਤਸ਼ਾਹ ਦਾ ਨਾਂ ਨਾ ਲਿਆ, ਸਾਡੀ ਤਾਂ ਅਰਦਾਸ, ਸਾਡੀ ਪੜ੍ਹੀ ਹੋਈ ਬਾਣੀ, ਸਾਡਾ ਪਾਠ ਮੁਕੰਮਲ ਹੀ ਨਹੀਂ ਹੋਣਾ। ਮਾਫ਼ ਕਰਨਾ, ਅਸੀਂ ਖੂਹ ਦੇ ਡੱਡੂ ਬਣ ਗਏ, ਖੂਹ ਦੇ ਡੱਡੂ ਬਣ ਗਏ। ਅਤੇ ਇਹੋ ਵਜ੍ਹਾ ਹੈ ਕਿ ਅਸੀਂ ਆਪ ਨਾ ਪੜ੍ਹਨ ਕਰਕੇ ਅਗਲੇ ਨੇ ਇਸੇ ਕਰਕੇ ਤੇ ਆਪਣੀਆਂ ਦੁਕਾਨਦਾਰੀਆਂ ਖੋਲ੍ਹੀਆਂ ਹੋਈਆਂ ਨੇ। ਬਸ ਅੱਖਾਂ ਮੀਟੋ, ਗੁਰਦੁਆਰਿਆਂ ਵਿੱਚ ਆਓ, ਪਰਿਕਰਮਾ ਕਰਕੇ ਚਲੇ ਜਾਓ, ਬਾਣੀ ਖੁਦ ਪੜ੍ਹੋ, ਖੁਦ ਸਮਝੋ। ਅਤੇ ਜਿਹੜੀ ਡੈਫੀਨੇਸ਼ਨ ਪ੍ਰਮਾਤਮਾ ਦੀ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੈ ਉਹ ਸਾਰਿਆਂ ਲਈ ਬਰਾਬਰ ਸੀ। ਹੁਣ ਇੱਥੇ ਸ਼ਬਦ ਵਰਤਿਆ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਸਤਿਗੁਰ ਮੈਂ ਬਲਿਹਾਰੀ ਤੋਰ। ਹੇ ਸਤਿਗੁਰ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਜਿਨ ਸਕਲ ਬਿਕਲ ਬ੍ਰਹਮ ਕਾਟੇ ਮੋਰ, ਜਿਹਨੇ ਮੇਰੇ ਅੰਦਰੋਂ ਸਾਰੇ ਭਰਮਾਂ ਦੀ ਉਹ ਦੀਵਾਰ ਤੋੜ ਦਿੱਤੀ, ਜਿਹੜੇ ਮੇਰੇ ਅੰਦਰ ਭਰਮਾਂ ਦੀ ਕੰਧ ਖੜੀ ਕੀਤੀ ਸੀ ਉਹ ਭੰਨ ਦਿੱਤੀ ਸਾਰੀ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਰਾਮਾਨੰਦ ਦਾ ਸਵਾਮੀ ਰਮਿਆ ਹੋਇਆ ਹੈ। ਜੈ ਜਾਈਏ, ਜੈ ਦੇਖਾਂ ਤਾਂ ਇੱਕ ਹੈ, ਜਿੱਥੇ ਮੈਂ ਵੇਖਦਾ ਉੱਥੇ ਇੱਕੋ ਆ, ਗੁਰਮੁਖ ਪ੍ਰਗਟ ਹੋਏ, ਸਤਿਗੁਰ ਮੈਂ ਬਲਿਹਾਰੀ ਤੋਰ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ ਮੇਰੇ ਅੰਦਰੋਂ ਕਰੋੜਾਂ ਐਬ, ਕਰੋੜਾਂ ਮਾੜੀਆਂ ਆਦਤਾਂ ਖਤਮ ਕਰਨ ਦੀ ਸਮਰੱਥਾ ਰੱਖਦਾ। ਜਦੋਂ ਅਸੀਂ ਗੁਰੂ ਦੀ ਵਿਚਾਰ, ਤਾਂ ਹੀ ਤਾਂ ਬਾਰ ਬਾਰ ਇਸ ਮਨ ਨੂੰ ਕਿਹਾ ਸੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉੱਥੇ ਕੀ ਆਖਿਆ ਸੀ? ਆਪਣੇ ਆਪ ਦੀ ਪਹਿਚਾਣ ਕਰ। ਮਨਾ, ਤੇਰੇ ਵਿੱਚ ਕੁਆਲਿਟੀ ਹੈ, ਤੇਰੇ ਵਿੱਚ ਗੁਣ ਨੇ। ਮਨ ਤੂੰ ਜੋਤ ਸਰੂਪ ਹੈ, ਇਹਨੂੰ ਗਦਾ ਪਤਾ ਕਦੋਂ ਆਖਿਆ? ਜਦੋਂ ਇਹ ਆਪੇ ਦੀ ਪਹਿਚਾਣ ਨਹੀਂ ਕਰਦਾ। ਮਨ ਖੁੱਟਹਾਰ ਤੇਰਾ ਨਹੀਂ ਵਿਸ਼ਾਸ, ਤੂੰ ਮਹਾ ਉਦਮਾਦਾ, ਖਰਕਾ ਪੈਂਖਰ ਤੋਂ ਛੁੱਟੇ ਜੋ ਉੱਪਰ ਲਾਦਾ। ਇਸ ਮਨ ਨੂੰ ਆਖਿਆ ਸੀ ਤੇਰੇ 'ਚ ਬੜੀ ਵੱਡੀ ਸ਼ਕਤੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਕਹਿੰਦਾ ਇਨਸਾਨ ਕੋਲ ਸਭ ਤੋਂ ਵੱਡੀ ਜਾਇਦਾਦ ਪਤਾ ਕਿਹੜੀ ਹੈ? ਮਨੁੱਖ ਦੇ ਕੋਲ ਸਭ ਤੋਂ ਵੱਡੀ ਜਾਇਦਾਦ ਕਿਹੜੀ ਹੈ? ਦਿਮਾਗ, ਗਗਨ। ਕਿੰਨਾ ਕੁਝ ਇਹਦੇ ਕੋਲੋਂ, ਇਹਦੇ ਵਿੱਚੋਂ ਇਹ ਖੋਜ ਸਕਦਾ ਹੈ। ਤੁਸੀਂ ਖੁਸ਼ ਰਹਿਣਾ ਹੈ ਤੁਹਾਡੀ ਮਰਜ਼ੀ ਹੈ, ਤੁਸੀਂ ਉਦਾਸ ਰਹਿਣਾ ਹੈ ਤੁਹਾਡੀ ਮਰਜ਼ੀ ਹੈ। ਮਨੁੱਖ ਦੇ ਕੋਲ, ਇਹਨੂੰ ਗਗਨ ਹੀ ਤਾਂ ਆਖਿਆ ਸੀ, ਮਨੁੱਖ ਦੇ ਕੋਲ ਸਭ ਤੋਂ ਵੱਡੀ ਜਾਇਦਾਦ ਮਨੁੱਖ ਦਾ ਆਪਣਾ ਬ੍ਰੇਨ ਹੈ। ਹੁਣ ਤੁਸੀਂ ਕਹੋਗੇ ਕਿੱਦਾਂ? ਮਨੁੱਖ ਦੇ ਬ੍ਰੇਨ ਹੀ ਤਾਂ ਤੁਹਾਨੂੰ ਕਮਾਈ ਕਰਕੇ ਦਿੰਦਾ ਹੈ। ਜਿਹੜੇ ਮਨੁੱਖ ਇੰਜਣ ਰਿਪੇਅਰ ਕਰਦੇ ਨੇ, ਇੰਜਣ ਠੀਕ ਕਰਦੇ ਨੇ, ਇੰਜਣ ਨਵਾਂ ਬਣਾਉਂਦੇ ਨੇ, ਉਹ ਕਾਹਦੇ ਨਾਲ ਬਣਾਉਂਦੇ ਨੇ? ਇਹਦੇ ਨਾਲ। ਇਹਦਾ ਮਤਲਬ ਐਸ ਜਾਇਦਾਦ ਨੇ ਉਹ ਤੁਹਾਨੂੰ ਜਾਇਦਾਦ ਦੇ ਮਾਲਕ ਬਣਾਇਆ ਨਾ। ਬੰਦਾ ਡਾਕਟਰ ਵੀ ਤਾਂ ਇਹਦੇ ਨਾਲ ਹੀ ਬਣਦਾ ਹੈ। ਆਪਰੇਸ਼ਨ ਹੱਥ ਕਰਦੇ ਨੇ ਪਰ ਕਮਾਂਡ ਤਾਂ ਇੱਥੋਂ ਹੁੰਦੀ ਹੈ। ਜਿੰਨੀ ਵੀ ਜਾਇਦਾਦ ਅੱਜ ਤੁਹਾਡੇ ਕੋਲ ਬਾਹਰ ਦਿਸਦੀ ਪਈ ਹੈ, ਇਹ ਇਹਦੀ ਪੈਦਾ ਕੀਤੀ ਹੋਈ ਹੈ। ਉਹ ਜਿਵੇਂ ਬੜੀ ਪਿਆਰੀ ਕਹਾਣੀ ਆਉਂਦੀ ਹੈ ਨਾ, ਵੀ ਇੱਕ ਬਹੁਤ ਪੁਰਾਣਾ ਸ਼ਿਪ ਸੀ ਜਿਹੜਾ ਖਰਾਬ ਹੋਇਆ ਪਿਆ ਸੀ। ਬਹੁਤ ਪੁਰਾਣਾ ਸ਼ਿਪ ਸੀ ਜਿਹੜਾ ਖਰਾਬ ਹੋਇਆ ਪਿਆ ਸੀ। ਬੜੇ ਮਕੈਨਿਕ ਆਏ ਠੀਕ ਕਰ ਲਈ, ਪਰ ਨਹੀਂ ਠੀਕ ਹੋਇਆ। ਇੱਕ ਕੋਈ ਪੁਰਾਣਾ ਮਕੈਨਿਕ ਸੀ ਤਜਰਬੇਕਾਰ, ਉਹਨੇ ਲਿਆ ਕੇ ਇੱਦਾਂ ਸੱਟ ਮਾਰੀ। ਉਹਨੇ ਇੰਜਣ ਦਾ ਕੋਈ ਹਿੱਸਾ ਵੇਖਿਆ ਤਾਂ ਸੱਟ ਮਾਰੀ, ਤਾਂ ਉਹਨੇ ਕਿਹਾ ਜੀ ਸਟਾਰਟ ਕਰੋ। ਇੰਜਣ ਸਟਾਰਟ ਹੋ ਗਿਆ। ਅਤੇ ਕੰਪਨੀ ਨੇ ਉਹਨੂੰ ਪੁੱਛਿਆ ਜੀ ਕਿੰਨਾ ਬਿੱਲ? ਅਤੇ ਜਦੋਂ ਉਹਨੇ ਬਿੱਲ ਦੀ ਗੱਲ ਕੀਤੀ ਅਤੇ ਜਦੋਂ ਉਹਨੇ ਬਿੱਲ ਦਿੱਤੇ ਡਾਲਰਾਂ ਦੇ ਵਿੱਚ, ਵੀ ਇੰਨੇ ਡਾਲਰ ਜਿਹੜਾ ਇਹਦਾ ਖਰਚਾ, ਤੂੰ ਕਹਿੰਦੇ ਹੱਦ ਹੋ ਗਈ, ਤੂੰ ਇੰਨਾ ਖਰਚਾ ਕਿੱਦਾਂ? ਵੀ ਇਹ ਤਾਂ ਕੀਤਾ ਕੀ, ਤੂੰ ਇੱਕ ਸੱਟ ਹੀ ਮਾਰੀ ਹੈ। ਸੱਟ ਮਾਰਨ ਦੇ ਉਹਨੂੰ ਕਹਿੰਦੇ ਤੂੰ ਸੱਟ ਮਾਰਨ ਦੇ ਇੰਨੇ ਡਾਲਰ ਲੈ ਲੈ। ਮੰਨ ਲਓ $500, ਉਹਨੇ ਕਿਹਾ $500 ਤੁਹਾਨੂੰ ਇਹਦੀ ਪੇਮੈਂਟ ਕਰਨੀ ਪਵੇਗੀ। ਉਹ ਕਹਿੰਦਾ $500 ਇੱਕ ਸੱਟ ਮਾਰਨ ਦੇ? ਕਹਿੰਦਾ ਨਹੀਂ, ਸੱਟ ਮਾਰਨ ਦੇ ਤਾਂ ਸਿਰਫ $5 ਹੀ ਨੇ। ਕਹਿੰਦਾ ਫਿਰ $495 ਕਾਹਦੇ? ਕਹਿੰਦਾ ਉਹ ਸੱਟ ਕਦੋਂ, ਕਿਵੇਂ ਅਤੇ ਕਿਹੜੀ ਜਗ੍ਹਾ ਮਾਰਨੀ ਹੈ, ਉਹ ਮੇਰੇ ਬ੍ਰੇਨ ਨੇ ਦੱਸਿਆ। ਤੁਸੀਂ ਮੈਨੂੰ ਇੱਦਾਂ ਕਰੋ, ਜਿਹੜੀ ਮੈਂ ਸੱਟ ਮਾਰੀ ਉਹਦੇ $5 ਮੈਨੂੰ ਤੁਸੀਂ ਦੇ ਦਿਓ। ਐਂ ਕਰੋ, ਤੁਸੀਂ ਆਪੇ ਕਰ ਲਓ,
ਤੁਸੀਂ ਕਿ ਉਹਨਾਂ ਨੂੰ ਠੀਕ ਕਰ ਲਿਆ, ਯਾਨੀ ਕਿ ਉਹਨੂੰ ਪਤਾ ਸੀ, ਉਹ ਪੁਰਾਣਾ ਮਕੈਨਿਕ ਸੀ ਵੀ ਇੰਜਣ ਖਰਾਬ ਕਿੱਥੋਂ ਹੋਇਆ ਹੈ, ਕਿੱਥੋਂ ਇਹਦੀ ਪ੍ਰੋਬਲਮ ਹੈ, ਮੈਨੂੰ ਠੀਕ ਕਰ ਦੇਣਾ ਹੈ। ਸਾਰੀ ਖੇਡ ਇਹਦੀ ਹੈ। ਘਰ ਤੁਹਾਡਾ ਹੀ ਹੁੰਦਾ, 10 ਮਰਲੇ ਦਾ ਪਲਾਟ ਹੈ, ਤੁਸੀਂ ਕਿਉਂ ਜਾਂਦੇ ਆਰਕੀਟੈਕਟ ਕੋਲ? ਉਹ ਤੁਹਾਨੂੰ ਕੰਪਿਊਟਰ ਦੇ ਵਿੱਚ ਦਾ ਪੂਰਾ ਨਕਸ਼ਾ ਬਣਾ ਕੇ ਦਿਖਾਉਂਦਾ, ਆਹ ਫਰੰਟ ਹੈ ਜੀ, ਆਹ ਬੈਕ ਗੇਟ ਹੈ ਜੀ, ਇੰਨੇ ਬਾਏ ਇੰਨੇ ਦਾ ਕਮਰਾ ਬਣੇਗਾ, ਇੰਨੇ ਬਾਏ ਦੀ ਲੌਬੀ ਬਣੇਗੀ, ਇੰਨੇ ਬਾਏ ਇੰਨੇ ਦੀ ਇਹ ਕਿਚਨ ਬਣੇਗੀ। ਉਹ ਤੁਹਾਨੂੰ ਖਾਲੀ ਪਲਾਟ 'ਚ ਦੱਸ ਦਿੰਦਾ ਹੈ ਕਿ ਇੱਥੇ ਜਦੋਂ ਤੁਹਾਡੇ ਕਿਚਨ 'ਚ ਤੁਹਾਡੀ ਪਤਨੀ, ਤੁਹਾਡੀ ਬੇਟੀ, ਤੁਹਾਡੇ ਮਾਤਾ ਪ੍ਰਸ਼ਾਦਾ ਤਿਆਰ ਕਰੇਗੀ, ਉਹਨੂੰ ਫਰੰਟ ਗੇਟ 'ਤੇ ਵੀ ਅਤੇ ਬੈਕ ਗੇਟ 'ਤੇ ਵੀ ਜਿਹੜਾ ਵੀ ਕੋਈ ਬਾਹਰੋਂ ਆਏਗਾ ਉਹਨੂੰ ਅੰਦਰੋਂ ਖਲੋਤੀ ਨੂੰ ਦਿਸ ਪਵੇਗਾ। ਆਪਾਂ ਇੱਦਾਂ ਦਾ ਘਰ ਬਣਾ ਕੇ ਦੇਵਾਂਗੇ। ਇਹ ਕਿਹਦੀ ਕਮਾਈ ਹੈ? ਇਹਦੀ, ਬ੍ਰੇਨ ਦੀ। ਇਹ ਜਾਇਦਾਦ ਹੈ ਮਨੁੱਖ ਦੇ ਕੋਲ ਸਭ ਤੋਂ ਵੱਡੀ। ਇਹਨੂੰ ਜੇ ਤੂੰ ਚੰਗੇ ਬਣੇ ਲਾਵੇਂ ਤੇ ਤੈਨੂੰ ਅਮੀਰ ਕਰ ਸਕਦਾ ਹੈ, ਜੇ ਤੈਨੂੰ ਗਲਤ ਬਣੇ ਲਾਵੇਂ ਤੇ ਤੈਨੂੰ ਇਹੋ ਜਿਹਾ ਤੇਰਾ ਸਤਿਆਨਾਸ਼ ਮਰਾਏਗਾ ਵੀ ਤੂੰ ਆਪਣੇ ਘਰ ਦੇ ਪੱਖੇ ਨਾਲ ਰੱਸਾ ਬਣ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਵੇਂਗਾ। ਇੱਦਾਂ ਕਹਿੰਦੇ ਨਾ ਦਿਮਾਗ ਖਰਾਬ ਹੋ ਗਿਆ ਜਦੋਂ ਬੰਦਾ ਕੋਈ ਗਲਤ ਕਦਮ ਚੱਕਦਾ। ਆਪਾਂ ਕੀ ਕਹਿੰਦੇ? ਹੱਥ ਖਰਾਬ ਹੋ ਗਿਆ, ਪੈਰ ਖਰਾਬ ਹੋ ਗਿਆ। ਕੀ ਆਨੇ ਭਲਾ ਉਦੋਂ ਆਪਾਂ ਲਫ਼ਜ਼ ਕੀ ਬੋਲਦੇ ਹਾਂ? ਪਤਾ ਨਹੀਂ ਇਹਦਾ ਕੀ ਦਿਮਾਗ ਖਰਾਬ ਹੋਇਆ, ਬੱਚੇ ਛੱਡ ਗਿਆ, ਖੂਹ ਜਾ ਕੇ ਛਾਲ ਮਾਰਤੀ, ਦਰਿਆ ਛਾਲ ਮਾਰਤੀ। ਇਹਨੇ ਜਿਹੜਾ ਕੀਮਤੀ ਸਰਮਾਇਆ ਸਾਡੇ ਕੋਲ, ਇਹੋ ਹੀ ਤੇ ਮਨੁੱਖ ਤੇ ਪਸ਼ੂ 'ਚ ਫਰਕ ਹੈ। ਪਸ਼ੂਆ ਮਨੁੱਖ ਦੇ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਤੇ ਮਨੁੱਖ 'ਚ ਇਹੋ ਹੀ ਤੇ ਇੱਕ ਫਰਕ ਹੈ। ਮਨੁੱਖ ਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਪਸ਼ੂ ਕੋਲ ਹੈ ਨਹੀਂ। ਇਹ ਕਿੱਥੋਂ ਦਾ ਕਿੱਥੇ ਪਹੁੰਚ ਸਕਦਾ? ਅਸੀਂ ਕਈ ਵਾਰੀ ਕਹਿ ਦਿੰਦੇ ਫਲਾਣਾ ਜਾਨਵਰ ਬੜਾ ਜ਼ਹਿਰੀਲਾ ਹੈ, ਫਲਾਣਾ ਜਾਨਵਰ ਬੜਾ ਤਾਕਤਵਰ ਹੈ। ਜਿੰਨਾ ਤਾਕਤਵਰ ਮਨੁੱਖ ਹੈ ਉਹਨਾਂ ਕੋਈ ਦੁਨੀਆ 'ਤੇ ਪਸ਼ੂ ਪੰਛੀ ਜੀਵ ਜੰਤੂ ਨਹੀਂ ਹੈਗਾ। ਪੁੱਛੋ ਕਿਵੇਂ? ਇੱਕੋ ਹੀ ਮਨੁੱਖ ਹੈ ਜਿਹਨੇ ਖਤਰਨਾਕ ਤੋਂ ਖਤਰਨਾਕ ਜਾਨਵਰ ਨੂੰ ਵੀ ਪਿੰਜਰੇ 'ਚ ਪਾਤਾ। ਜੰਗਲ ਦਾ ਰਾਜਾ ਸ਼ੇਰ ਕਿਹਾ ਜਾਂਦਾ ਨਾ, ਉਹਨੂੰ ਵੀ ਪਿੰਜਰੇ 'ਚ ਪਾਇਆ ਇਹਨੇ। ਹਾਥੀ ਤਾਕਤਵਰ ਮੰਨਿਆ ਜਾਂਦਾ, ਉਹਦੇ ਸਿਰ 'ਤੇ ਬੈਠਾ ਹੈ। ਸੱਪ ਜ਼ਹਿਰ ਨਾ ਭਰਿਆ, ਉਹਨੂੰ ਪਟਾਰੀ 'ਚ ਪਾ ਲਿਆ ਇਹਨੇ। ਫਿਰ ਤਾਂ ਤਾਕਤਵਰ ਹੋਇਆ ਨਾ ਮਨੁੱਖ। ਜਿੱਦਣ ਇਨਸਾਨ ਨੂੰ ਆਪਣੇ ਇਹੋ ਹੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿੰਨੀਆਂ ਤੇਰੇ ਕੋਲ ਸ਼ਕਤੀਆਂ, ਬਾਹਰ ਤੋਂ ਇੰਨਾ ਕੁਝ ਖੋਜ ਲਿਆ, ਕਾਸ਼ ਕਿਤੇ ਇੰਨਾ ਧਿਆਨ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜਿਆ ਸੋ ਪਾਵੇ। ਜਿੰਨੀ ਤੂੰ ਖੋਜ ਬਾਹਰ ਨੂੰ ਕੀਤੀ ਉਹਦੇ ਵਿੱਚੋਂ 2-4% ਵੀ ਕਿਤੇ ਅੰਦਰ ਨੂੰ ਧਿਆਨ ਦਿੱਤਾ ਹੁੰਦਾ, ਤੂੰ ਤਾਂ ਜਿੱਧਰ ਨੂੰ ਤੁਰਦਾ ਸਿੱਧੀਆਂ ਪੈਂਦੀਆਂ ਜਾਣੀਆਂ ਸੀ। ਤੇਰੇ ਕੋਲ ਇੰਨੀ ਵੱਡੀ ਸ਼ਕਤੀ ਹੈ, ਤੇਰੇ ਕੋਲ ਐਡੀ ਵੱਡੀ ਤਾਕਤ ਹੈ। ਪਰ ਇਹ ਪ੍ਰਗਟ ਕਦੋਂ ਹੋਣੀ ਹੈ? ਗੁਰਮੁਖ ਪ੍ਰਗਟ ਹੋਏ, ਗੁਰੂ ਦੇ ਰਾਹੀਂ ਤੇਰੇ ਅੰਦਰ ਛੁਪਿਆ ਹੋਇਆ ਇਹ ਖਜ਼ਾਨਾ ਜਿਹੜਾ ਪ੍ਰਗਟ ਹੋਏਗਾ, ਪ੍ਰਗਟ ਹੋਏਗਾ, ਸਮਝ ਆ ਜਾਏਗੀ। ਬੜਾ ਕੁਝ ਹੈ ਮਨੁੱਖ ਦੇ ਕੋਲ। ਲੱਕੜ, ਮਨੁੱਖ ਨੂੰ ਨੌਲੇਜ ਨਾ ਹੋਵੇ ਤਾਂ ਲੱਕੜਾਂ ਦੇ ਗੱਟੇ ਵੱਢ ਫੂਕੀ ਜਾਵੇ। ਸਿਆਣਾ ਬੰਦਾ ਕਹੇਗਾ ਭਲਿਆ ਜਿੰਨੀ ਤੂੰ ਲੱਕੜ ਵੱਢ ਕੇ ਫੂਕੀ ਹੈ ਨਾ, ਇਹਦੇ ਵਿੱਚੋਂ ਬੜਾ ਕੁਝ ਪੈਦਾ ਕੀਤਾ ਜਾ ਸਕਦਾ ਸੀ, ਬਹੁਤ ਕੁਝ ਪੈਦਾ ਕੀਤਾ ਜਾ ਸਕਦਾ ਸੀ। ਜਿਹੜੇ ਪੈਦਾ ਕਰਨ ਵਾਲੇ ਇੱਕ ਸੀਜ਼ਨ ਵਿੱਚ 3-3 ਫਸਲਾਂ ਵੀ ਜ਼ਮੀਨ 'ਚੋਂ ਲੈ ਲੈਂਦੇ ਨੇ। ਜ਼ਮੀਨ ਤਾਂ ਪੈਦਾ ਦੇ ਰਹੀ ਹੈ ਤੁਹਾਨੂੰ, ਉਹ ਕਹਿੰਦੀ ਬੀਜ ਤਾਂ ਸਹੀ, ਮੈਂ ਦੇਣ ਨੂੰ ਤਿਆਰ ਹਾਂ ਤੈਨੂੰ। ਹੁਣ ਆਲਸੀ ਬੰਦਾ 2 ਫਸਲਾਂ ਲੈਂਦਾ ਹੈ, ਆਲਸੀ ਬੰਦਾ 1 ਫਸਲ ਲੈਂਦਾ ਹੈ। ਉਦਮੀ ਬੰਦਾ ਤੁਹਾਡੀ ਜ਼ਮੀਨ ਵਿੱਚੋਂ ਤੁਹਾਡੇ ਕੋਲੋਂ ਜ਼ਮੀਨ ਠੇਕੇ 'ਤੇ ਲੈ ਕੇ ਉਹ 3-3 ਫਸਲਾਂ ਕੱਢਦਾ ਵਿੱਚੋਂ। 3-3 ਫਸਲਾਂ ਉਸੇ ਜ਼ਮੀਨ ਦੇ ਵਿੱਚੋਂ ਕੱਢ ਲੈਂਦਾ। ਕਿੱਦਾਂ? ਅਗਲਾ ਜ਼ਮੀਨ ਦੇ ਉੱਤੇ ਚੜ੍ਹ ਕੇ ਰਹਿੰਦਾ। ਤੋ ਇੱਦਾਂ ਹੀ ਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ, ਬੰਦਿਆ ਉਹ ਵਾਹਿਗੁਰੂ ਅਕਾਲ ਪੁਰਖ ਹਰ ਥਾਂ 'ਤੇ ਵਿਆਪਕ ਹੈ। ਜਦੋਂ ਰੱਬ ਨੂੰ ਪਾਉਣ ਦੀ, ਸਮਝਣ ਦੀ ਗੱਲ, ਸਾਡਾ ਸਮਾਜ ਪਤਾ ਅੱਜ ਕਿੱਥੋਂ ਬਾਗੀ ਹੋਇਆ? ਧਰਮ ਦੀ ਕੀ ਲੋੜ ਹੈ? ਕਿਉਂਕਿ ਧਰਮ ਦੀ ਵਿਆਖਿਆ ਗਲਤ ਕੀਤੀ ਗਈ। ਅਸੀਂ ਧਰਮ ਬਣਾਤਾ ਚਿੰਨ੍ਹਾਂ ਦੇ ਆਧਾਰਿਤ ਵੀ, ਜਿਹਨੇ ਲੰਬੀ ਮਾਲਾ ਪਾਈ ਹੋਵੇ, ਜਿਹਨੇ ਸਿਮਰਨਾ ਪਾਇਆ ਹੋਵੇ, ਉਹ ਧਰਮੀ ਹੁੰਦਾ। ਬਾਣੀਆਂ ਦੀ ਨਹੀਂ, ਆਪਣੇ ਆਪ ਨੂੰ ਸਵਾਰ। ਹਰ ਬੰਦਾ ਦੁਨੀਆ ਤੋਂ ਜਦੋਂ ਉੱਚੇ ਅਹੁਦੇ 'ਤੇ ਬੈਠਾ ਧਰਮੀ ਹੋਏਗਾ, ਸਮਾਜ ਦੀ ਪਿਕਚਰ ਐਡੀ ਸਾਫ਼ ਹੋਏਗੀ, ਸਮਾਜ ਇੰਨਾ ਖੂਬਸੂਰਤ ਬਣ ਜਾਏਗਾ, ਦੁਨੀਆ ਵਧੀਆ ਬਣੇਗੀ। ਹਰ ਇੱਕ ਬੰਦਾ ਦੂਜੇ ਦੀ ਮਦਦ 'ਤੇ ਖਲੋਤਾ ਹੋਏਗਾ। ਜ਼ਰੂਰੀ ਨਹੀਂ ਤੁਸੀਂ ਕਿਸੇ ਨੂੰ ਪੈਸੇ ਦੇਣੇ ਅਤੇ ਉਹੀ ਉਹਦੀ ਹੈਲਪ ਹੈ। ਅਗਲੇ ਨੂੰ ਕਾਰੋਬਾਰ ਕਰਨਾ ਸਿਖਾ ਦਿਓ, ਉਸ ਰਸਤੇ 'ਤੇ ਪਾ ਦਿਓ, ਇਹ ਵੀ ਇੱਕ ਬਹੁਤ ਵੱਡੀ ਹੈਲਪ ਹੈ ਕਿਸੇ ਦੀ। ਉਹਨੂੰ ਹੁਨਰ ਸਿਖਾ ਦਿਓ, ਕੋਈ ਗੁਣ ਸਿਖਾ ਦਿਓ। ਕਾਸ਼ ਕਿਤੇ ਸਾਨੂੰ ਉਹਦਾ ਵੰਡ ਛਕਣ ਦੀ ਭਾਵਨਾ, ਜਿਹੜੀ ਵੰਡ ਛਕਣ ਦੀ ਗੱਲ, ਉਹ ਇੱਦਾਂ ਆ ਜਾਏ। ਹੈਗੇ ਨੇ ਕਈ ਵੀਰਾਂ ਨੇ ਗੁਣ ਸਿਖਾਏ, ਕਈਆਂ ਨੇ ਆਪਣੇ ਮਿੱਤਰਾਂ ਨੂੰ, ਦੋਸਤਾਂ ਨੂੰ ਵੀ ਆਹ ਗੁਣ ਸਿੱਖ ਲਾ। ਵੰਡ ਜਿੱਥੇ ਮਰਜ਼ੀ ਜਾ ਕੇ ਵੰਡ ਪਾਈ, ਬਸ ਨੀਅਤ ਸਾਫ਼। ਨਾਨਕ ਘਰ ਹੀ ਬੈਠੇ ਸ਼ਹਿ ਮਿਲੇ, ਜੇ ਨੀਅਤ ਰਾਸ ਕਰੇ। ਤੁਹਾਡੀ ਨੀਅਤ ਸਾਫ਼ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਵੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਹੋਏ ਪਾਣੀ ਨਾਲੋਂ ਘੱਟ ਨਹੀਂ। ਪਰ ਜੇ ਨੀਅਤ ਮਾੜੀ ਹੈ
ਤੁਸੀਂ ਭਾਵੇਂ ਜਿਹੜੇ ਮਰਜ਼ੀ ਸਰੋਵਰ ਦਾ ਜਲ ਲੈਓ, ਉਹਨੂੰ ਵੀ ਜ਼ਹਿਰ ਬਣਾਉਣ 'ਚ ਤੁਸੀਂ ਜ਼ਿਆਦਾ ਦੇਰ ਨਹੀਂ ਲਾਉਣੀ। ਅਜੇ ਨੀਅਤ ਮਾੜੀ ਹੈ ਸਾਡੀ, ਇਸੇ ਨੀਅਤ ਮਾੜੀ ਨੇ ਘਰਾਂ 'ਚ ਪੁਆੜੇ ਪਾਤੇ, ਸਿਆਪੇ ਪਾਤੇ। ਪਾਤਸ਼ਾਹ ਦੀ ਬਾਣੀ ਕਹਿੰਦੀ ਗੁਰੂ ਦੇ ਰਾਹੀਂ ਆਪਣੇ ਅੰਦਰ ਦੀ ਸੋਚ ਨੂੰ ਸਾਫ਼ ਕਰ, ਤੈਨੂੰ ਘਰੇ ਦਿਸ ਪੈਣਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਪੋਹ ਮਧ ਜਿਉ ਬਾਸ ਬਸਤ ਹੈ। ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ। ਇਹ ਗੁਰ ਗਿਆਨ ਬਤਾਈ, ਇਹ ਗੁਰੂ ਦੇ ਰਾਹੀਂ ਇਸ ਗੱਲ ਦੀ ਸਮਝ ਲੱਗੀ। ਤੇ ਨਾਨਕ ਜਹ ਜਹ ਮੈਂ ਫਿरूँ, ਜਿੱਥੇ ਜਿੱਥੇ ਵੀ ਹੁਣ ਮੈਂ ਜਾਣਾ, ਤਹਿ ਤਹਿ ਸਾਚਾ ਸੋਏ। ਮੈਨੂੰ ਇੰਝ ਲੱਗਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਹ ਦੇਖਾਂ ਤਹਿ ਇੱਕ ਹੈ, ਮੈਂ ਜਦੋਂ ਹੀ ਵੇਖਦਾ ਉੱਥੇ ਮੇਰੇ ਨਾਲ ਹੈ। ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਹਰ ਵਕਤ ਮੇਰਾ ਮਨਾ ਉਸ ਹਰੀ ਦੇ ਨਾਲ ਰਹਿ, ਤੂੰ ਸਦਾ ਸੱਚ ਸੰਭਾਲੇ, ਸਦਾ ਉਹਦੇ ਨਾਲ ਰਹਿ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾ। ਜਹ ਦੇਖਾਂ ਤੈਂ ਏਕ ਹੈ, ਗੁਰਮੁਖ ਪ੍ਰਗਟ ਹੋਏ। ਗੁਰੂ ਦੇ ਰਾਹੀਂ ਹੀ ਉਹ ਮਾਲਕ ਪ੍ਰਗਟ ਹੋਏਗਾ ਅਤੇ ਉਹਦੇ ਨਾਲ ਮੈਂ ਸਾਂਝ ਪਾ ਕੇ, ਇਸ ਨੂੰ ਆਖਿਆ ਸੀ ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟ ਹੋਇਆ। ਉਹ ਸੱਜਣ ਜਿਹੜਾ ਮਾਲਕ ਰੱਬੀ ਗੁਣ ਸਾਡੇ ਅੰਦਰ ਪੈਦਾ ਕੀਤੇ ਨੇ, ਉਹਨਾਂ ਸਾਂਝ ਪਾਈਏ ਅਤੇ ਜੀਵਨ ਨੂੰ ਵਧੀਆ ਬਣਾਉਣ ਦਾ ਯਤਨ ਕਰੀਏ। ਮੈਂ ਕਹਿੰਦਾ ਇੰਨੀ ਸੌਖੀ ਵਿਆਖਿਆ ਰੱਬ ਦੀ ਵੀ ਕਿਤੇ ਵੱਖਰਾ ਥਾਂ ਬਣਾ ਕੇ ਨਹੀਂ ਬੈਠਾ ਭਾਈ। ਹਰ ਥਾਂ ਹਰ ਸਮੇਂ ਤੇਰੇ ਕੋਲ ਹੈ, ਉਹਨੂੰ ਮਹਿਸੂਸ ਕਰ ਅਤੇ ਜ਼ਿੰਦਗੀ ਵਧੀਆ ਬਣਾਉਣ ਦਾ ਯਤਨ ਕਰ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਦਾ ਅਰਥ ਕੀ ਇੱਥੇ? ਜੋਤ ਦਾ ਅਰਥ ਹੈ ਉਹਨੂੰ ਮਹਿਸੂਸ ਕਰ, ਹਰ ਥਾਂ 'ਤੇ ਤੇਰੇ ਨਾਲ ਹੈ। ਜੋਤ ਦਾ ਅਰਥ ਹੈ ਗਿਆਨ, ਜੋਤ ਦਾ ਅਰਥ ਹੈ ਵਿਚਾਰ। ਹਰ ਵਕਤ ਉਹ ਤੇਰੇ ਕੋਲ ਹੈ ਵਿਚਾਰਧਾਰਕ ਰੂਪ 'ਤੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਆਓ ਉਸ ਚਾਨਣ ਨੂੰ ਮਹਿਸੂਸ ਕਰੀਏ, ਗੁਰਮਤਿ ਦਾ ਆਪਣੇ ਜੀਵਨ ਦੇ ਵਿੱਚ ਇੱਕ ਪ੍ਰਭਾਵ ਲੈ ਕੇ ਆਈਏ। ਗੁਰਬਾਣੀ ਸੇ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਤੋ ਆਓ, ਜਦੋਂ ਮਨੁੱਖ ਆਪੇ ਦੀ ਖੋਜ ਕਰਦਾ ਹੈ ਅਤੇ ਬਹੁਤ ਕੁਝ ਸਮਾਜ ਦੇ ਵਿੱਚ ਬਦਲਦਾ ਹੈ। ਜ਼ਿੰਦਗੀ ਦੇ ਵਿੱਚ ਟੁੱਟ ਭੱਜ ਵੀ ਹੁੰਦੀ ਹੈ, ਜਦੋਂ ਹਨੇਰੀ ਆਉਂਦੀ ਹੈ, ਜਿਵੇਂ ਬਾਹਰ ਟੁੱਟ ਭੱਜ ਹੁੰਦੀ ਹੈ, ਇੱਦਾਂ ਜਦੋਂ ਮਨੁੱਖ ਦੀ ਜ਼ਿੰਦਗੀ 'ਚ ਗਿਆਨ ਦੀ ਉਪਜ ਆਉਂਦੀ ਹੈ ਅਤੇ ਅੰਦਰ ਕੁਝ ਨਾ ਕੁਝ ਹਲਚਲ ਮੱਚਦੀ ਹੈ। ਆਓ ਆਪਣੀ ਸੋਚ ਬਦਲੀਏ ਅਤੇ ਅਗਾਂਹ ਕੋ ਤਰਾਂਗ, ਪਿੱਛਾਂ ਫੇਰ ਨਾ ਮੁੜੜਾ। ਪਿੱਛੇ ਨਹੀਂ, ਅਗਾਂਹ ਕੋ ਤਰਾਗ ਵਾਲੀ ਗੱਲ ਜੀਵਨ 'ਚ ਲੈ ਕੇ ਆਉਣੀ ਹੈ। ਬੁਰਿਆਂ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਕਰਨ ਦੀ ਆਪਣੇ ਜੀਵਨ 'ਚ ਆਦਤ ਪਾਈਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ